ਸਰਬ ਧਰਮ ਹੈ ਸ੍ਰੇਸ਼ਟ ਧਰਮ ਕਿ ਸਾਰਿਆਂ ਧਰਮਾਂ ਦੇ ਵਿੱਚੋਂ ਸਭ ਤੋਂ ਚੰਗਾ ਧਰਮ ਕਿਹੜਾ? ਹਰ ਕੋ ਨਾਮ ਜਪ ਨਿਰਮਲ ਕਰਮ। ਹਰ ਕੋ ਨਾਮ, ਹੁਣ ਹਰੀ ਦਾ ਨਾਮ ਕੀ? ਸਤਨਾਮ। ਜਿਵੇਂ ਬਾਣੀ ਦੇ ਵਿੱਚ ਪਾਵਨ ਬਚਨ ਆਏ ਨੇ, ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਭਰਾ ਪੂਜਾ। ਅਸੀਂ ਜਦੋਂ ਨਾਮਾਂ ਦੀ ਗੱਲ ਕਰਦੇ ਹਾਂ ਤਾਂ ਜਿਵੇਂ ਜਿਵੇਂ ਮਨੁੱਖ ਦਾ ਵਿਕਾਸ ਹੋਇਆ, ਮਨੁੱਖ ਨੇ ਆਪਣੇ ਚਾਰ ਚੁਫੇਰੇ ਕੁਝ ਵਸਤੂਆਂ ਨੂੰ ਵੇਖਿਆ ਤਾਂ ਮਨੁੱਖ ਨੇ ਵਨਸਪਤੀ ਦੇ ਨਾਮ ਰੱਖੇ ਕਿ ਕਿੱਕਰ ਹੈ, ਨਿੰਮ ਹੈ, ਪਿੱਪਲ ਹੈ, ਵਗੈਰਾ ਵਗੈਰਾ। ਮਨੁੱਖ ਨੇ ਚਾਰ ਚੁਫੇਰੇ ਪਸ਼ੂਆਂ ਪੰਛੀਆਂ ਨੂੰ ਵੇਖਿਆ ਤਾਂ ਇਸਨੇ ਪਸ਼ੂਆਂ ਪੰਛੀਆਂ ਦੇ ਨਾਮ ਰੱਖੇ, ਮਨੁੱਖਾਂ ਦੇ ਨਾਮ ਰੱਖੇ, ਤਾਰਿਆਂ ਦੇ, ਸੂਰਜ ਦੇ, ਚੰਦਰਮਾ ਆਦਿਕ ਦੇ ਨਾਮ ਰੱਖੇ। ਇਸ ਤੋਂ ਇਲਾਵਾ ਨਦੀਆਂ ਦੇ, ਪਹਾੜਾਂ ਦੇ, ਨਾਲਿਆਂ, ਦਰਿਆਵਾਂ ਦੇ ਨਾਮ ਰੱਖੇ। ਮਨੁੱਖ ਦੀ ਸੁਰਤ ਉੱਚੀ ਉੱਠੀ ਤੇ ਇਸਨੇ ਸੋਚਿਆ ਕਿ ਸੰਸਾਰ ਨੂੰ ਕੋਈ ਪੈਦਾ ਕਰਨ ਵਾਲਾ ਹੋਏਗਾ ਤੇ ਨਾਮ ਰੱਖਿਆ ਗੋਵਿੰਦ ਜਾਂ ਗੋਬਿੰਦ। ਬਿੰਦ ਦਾ ਮਤਲਬ ਗੋਪਾਲ, ਸੌਰੀ ਗੋਬਿੰਦ। ਬਿੰਦ ਦਾ ਮਤਲਬ ਪੈਦਾ ਕਰਨ ਵਾਲਾ, ਗੋ ਦਾ ਮਤਲਬ ਸ੍ਰਿਸ਼ਟੀ, ਯਾਨੀ ਸ੍ਰਿਸ਼ਟੀ ਨੂੰ ਕੋਈ ਪੈਦਾ ਕਰਨ ਵਾਲਾ ਹੈ ਤਾਂ ਨਾਮ ਰੱਖਿਆ ਗੋਬਿੰਦ। ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਨਾਮ ਰੱਖ ਦਿੱਤਾ ਗੋਪਾਲ। ਯਾਨੀ ਜਿੰਨੇ ਵੀ ਰੱਬ ਦੇ ਨਾਮ ਰੱਖੇ ਇਹ ਮਨੁੱਖ ਨੇ ਰੱਖੇ ਔਰ ਗੁਣਾਂ ਦੇ ਉੱਤੇ ਬੇਸ ਰੱਖੇ। ਕੀਰਤਮ ਨਾਮ ਕਥੇ ਤੇਰੇ ਜਿਹਬਾ, ਇਹ ਸਾਰੇ ਕੀਰਤਮ ਨਾਮ ਯਾਨੀ ਗੁਣਾਂ ਦੇ ਉੱਤੇ ਆਧਾਰਿਤ ਨੇ। ਗੋਪਾਲ ਜੋ ਹੈ ਰੱਬ ਦਾ ਇੱਕ ਗੁਣ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਸਤਨਾਮ ਤੇਰਾ ਭਰਾ ਪੂਜਾ। ਜੇ ਕੋਈ ਪੁਰਾਤਨ ਤੋਂ ਪੁਰਾਤਨ ਸਨਾਤਨ ਤੇਰਾ ਨਾਮ ਹੈ ਤਾਂ ਉਹ ਹੈ ਸਤਨਾਮ, ਯਾਨੀ ਸੱਚਾਈ, ਤੂੰ ਹੋਂਦ ਵਾਲਾ ਹੈ। ਤਾਂ ਰੱਬ ਦਾ ਨਾਮ ਹੈ ਸਤ। ਸਤ ਦਾ ਮਤਲਬ ਸੱਚਾਈ। ਸੱਚਾਈ ਨੂੰ ਜਾਣਨਾ, ਜਪ ਦਾ ਮਤਲਬ ਜਾਣਨਾ ਔਰ ਅਪਣਾਣਾ। ਨਿਰਮਲ ਕਰਮ ਦਾ ਮਤਲਬ ਜਿਹੜੇ ਕੰਮਾਂ ਦੇ ਵਿੱਚ ਮੈਲ ਨਾ ਹੋਵੇ, ਯਾਨੀ ਰੱਬੀ ਰਜ਼ਾ ਦੇ ਵਿੱਚ ਤੁਰਨਾ, ਸੱਚ ਨੂੰ ਆਧਾਰ ਬਣਾਉਣਾ ਔਰ ਮੈਲ ਤੋਂ ਰਹਿਤ ਕਰਮ ਕਰਨੇ। ਇਹ ਧਰਮ ਸਭ ਤੋਂ ਉੱਤਮ ਧਰਮ ਹੈ। ਰੱਬੀ ਗੁਣਾਂ ਦੇ ਧਾਰਨੀ ਹੋਣਾ, ਸੱਚ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬੇਸ ਬਣਾਉਣਾ, ਰੱਬੀ ਹੁਕਮ ਵਿੱਚ ਤੁਰਨਾ ਔਰ ਨਿਰਮਲ ਕਰਮ ਕਰਨੇ, ਮੈਲ ਤੋਂ ਰਹਿਤ ਕਰਮ ਕਰਨੇ। ਇਹ ਧਰਮ ਸਾਰੇ ਧਰਮਾਂ ਤੋਂ, ਯਾਨੀ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਨਾ, ਇਹ ਧਰਮ ਸਭ ਤੋਂ ਉੱਤਮ ਧਰਮ ਹੈ। ਔਰ ਇਹ ਸਾਰੀ ਮਨੁੱਖਤਾ ਦਾ ਇੱਕੋ ਇੱਕ ਸਾਂਝਾ ਧਰਮ, ਜਿਸ ਬਾਰੇ ਅਸੀਂ ਜਪਜੀ ਸਾਹਿਬ ਵਿੱਚ ਵਿਚਾਰ ਕਰ ਆਏ ਹਾਂ। ਕਿਵ ਸਚਿਆਰਾ ਹੋਈ ਹੈ, ਯਾਨੀ ਮਨੁੱਖ ਨੇ ਸਚਿਆਰ ਬਣਨਾ ਹੈ। ਮਨ ਵਚਨ ਕਰਮ ਕਰਕੇ ਰੱਬੀ ਹੁਕਮ ਦੇ ਵਿੱਚ ਤੁਰਨਾ, ਸਚਿਆਰ ਹੋਣਾ, ਨਿਰਮਲ ਕਰਮ ਕਰਨੇ, ਇਹੀ ਮਨੁੱਖ ਦਾ ਸਭ ਤੋਂ ਉੱਤਮ ਧਰਮ ਹੈ ਔਰ ਇਹ ਸਰਬ ਸਾਂਝਾ ਧਰਮ ਹੈ। ਐਸੀ ਜ਼ਿੰਦਗੀ ਹਰ ਥਾਂ ਤੇ, ਹਰ ਸਮੇਂ, ਹਰ ਵਕਤ, ਹਰ ਇਨਸਾਨ ਜੀ ਸਕਦਾ ਹੈ। ਤੇ ਜੇ ਇਸ ਸੱਚ ਧਰਮ ਨੂੰ ਅਪਣਾ ਲਿਆ ਜਾਏ ਤਾਂ ਮਨੁੱਖਾਂ ਦੇ ਜੋ ਧਰਮਾਂ ਦੇ ਝੇੜੇ ਝਗੜੇ ਨੇ ਉਹ ਖਤਮ ਹੋ ਸਕਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭੂ ਦੇ ਗੁਣ ਗਾਣੇ, ਸੱਚ ਨੂੰ ਆਧਾਰ ਬਣਾਉਣਾ, ਰੱਬੀ ਰਜ਼ਾ ਵਿੱਚ ਤੁਰਨਾ ਔਰ ਮੈਲ ਤੋਂ ਰਹਿਤ ਕਰਮ ਕਰਨੇ ਹੀ ਸਭ ਤੋਂ ਚੰਗਾ ਧਰਮ ਹੈ, ਸਭ ਤੋਂ ਉੱਤਮ ਧਰਮ ਹੈ। ਜੇਕਰ ਸੱਚ ਨਹੀਂ ਔਰ ਜੇਕਰ ਨਿਰਮਲ ਕਰਮ ਨਹੀਂ ਤਾਂ ਫਿਰ ਤੁਸੀਂ ਜਿਤਨੇ ਮਰਜ਼ੀ ਕਰਮ ਕਾਂਡ ਕਰੀ ਜਾਓ, ਉਹਦੇ ਨਾਲ ਜੀਵਨ ਦੇ ਅੰਦਰ ਸੁੱਖ ਪੈਦਾ ਨਹੀਂ ਹੋਊਗਾ। ਇਸ ਲਈ ਜੇ ਜੀਵਨ ਵਿੱਚ ਸੁੱਖ ਚਾਹੁੰਦੇ ਹੋ, ਸੁਖ ਮਨਿ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਜੇ ਸੁੱਖ ਚਾਹੁੰਦੇ ਹੋ ਤਾਂ ਸੁੱਖ ਦਾ ਮੂਲ ਸੱਚ ਹੈ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਜੋ ਪੂਰਾ ਕਰੇਗਾ ਉਸ ਦੀ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਹੋਏਗਾ। ਅਗਲਾ ਬਚਨ ਕਰਦੇ ਨੇ ਸਗਲ ਕਿਰਿਆ ਮਹਿ ਉੱਤਮ ਕਿਰਿਆ। ਹੁਣ ਕਿਰਿਆ ਦਾ ਮਤਲਬ ਹੈ ਰੀਤੀ ਰਿਵਾਜ, ਜਿਹੜੀਆਂ ਰਸਮਾਂ ਨੇ। ਬਹੁਤ ਸਾਰੀਆਂ ਲੋਕ ਰਸਮਾਂ ਕਰਦੇ ਨੇ, ਜਿਵੇਂ ਸਰਾਧ ਨੇ, ਨਰਾਤੇ ਨੇ, ਵਰਤ ਨੇ, ਜਾਂ ਪ੍ਰਾਣੀ ਦੇ ਮਰਨ ਤੋਂ ਬਾਅਦ ਕੁਝ ਕਿਰਿਆਵਾਂ ਕਰਦੇ ਨੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਪਿੰਡ ਪੱਤਲ ਮੇਰੀ ਕੇਸ਼ੋ ਕਿਰਿਆ ਸੱਚ ਨਾਮ ਕਰਤਾਰ।
कि जिन्नियां भी क्रियावां ने, जिन्ने भी रस्मां ने, धार्मिक रस्मां, गुरु साहब जी कहते ने ये काम जिहड़ा है सगल क्रिया में उत्तम क्रिया, सारियां क्रियावां चों, सारियां रस्मां चों, जिन्नियां भी मन्नियां हुई धार्मिक रस्मां ने, उन्हां चों सब तो उत्तम रस्म किहड़ी है? साध संग दुरमत मल हिरिया। गुरु की शरणी पैना और भैड़ी मत नूं दूर कर देना। दुरमत का मतलब भैड़ी मत, हिरिया का मतलब दूर की जाए। गुरु की संगत विच जाके भैड़ी मत, जो खोटी मत है, इनू दूर कर दिता जाए, ये सब तो उत्तम क्रिया है। होर कोई क्रिया करने की लोड़ नहीं, होर क्रियावां व्यर्थ ने। जे मत उत्तम नहीं की, जे सोच उत्तम नहीं, जे फैसले दूरदृष्टि वाले नहीं, तो जिन्नियां मर्जी तुसीं धार्मिक क्रियावां करी जाओ, रस्मां निभाई जाओ, उन्हां दे नाल जीवन के अंदर सुख शांति नहीं आएगी। सपोज कि तुसीं तीर्थां आदि ते जांदे हो, होर ऐसियां पाठ पूजा वगैरह करते हो, लेकिन मत खोटी है, कर्म खोटे करते हो, सच नहीं बोल रहे, इंसानियत अंदर नहीं है, दया नहीं है, उच्चा आचरण नहीं है, तो बाहर दीयां रस्मां कुछ सवारन गियां नहीं। इसलिए गुरु जी कहते हैं जिन्नियां मिथियां हुई धार्मिक रस्मां ने, इन्हां सारियां रस्मां दे विचों सब तो उत्तम जे कोई रस्म, कोई उत्तम क्रिया है, तो वह क्रिया है गुरु की हजूरी विच जाना, संगत विच मिलना और अपनी खोटी मत नूं दूर करना। पर यह मत पापां के संग वो धोपे नावे करंग, अपने मन की मत नूं, मत दे अंदर जो मैल भरी है, उस मैल नूं खत्म करना, ज्ञान हासिल करना, अपने अंदरों विकारां नूं खत्म करना ही सब तो उत्तम जिहड़ा है वो कर्म है, सब तो उत्तम रस्म है। सगल उद्यम है उद्यम भला। उद्यम का मतलब आहर, उपराला। जिन्ने भी बंदा उपराले करता है, उपराले जिहड़े करता है, सारे उपरालियां नालों सब तो चंगा उपराला किहड़ा है? देखो इत्थे उपराले किहड़े ने जिहड़े मिथे हुए धार्मिक उपराले ने, जिवें असीं तीर्थां ते जाण दा उपराला कर लैंदे हां, वर्तन रातियां दा उपराला बंदा कोई कर रहा है, कोई संसार नूं त्याग दा उपराला कर रहा है, समाधियां लाने का उपराला कर रहा है, माला फेरन का उपराला कर रहा है, नंगे पैरी फिर रहा है, जां विखावे दी रस्मां निभा रहा है, विखावे दे पाठ पूजा कर रहा है, जां पहनावा आदि पहनया हुआ है, किन्ने सारे उपराले करदा है ना बंदा। गुरु जी कहते हैं इन्हां सारे उपरालियां दे नालों, सारे उद्यमां नालों भला उद्यम किहड़ा है? हर का नाम जपो जी सदा। जी का मतलब जी करके, हे मेरे मन, जो प्रभु का नाम है, रब का जो हुक्म है, जपो का मतलब उन्होंने जानो, उन्होंने समझो, रब के हुक्म अनुसार जिंदगी जियो, रबी गुणां दे धारनी होवो, अपने मन के अंदर गुण धारण करो। जे उद्यम करना है ना, तो सच नूं अपनाउण लई उद्यम करो, सेवा लई उद्यम करो, दया वास्ते उद्यम करो, निर्भय और निर्वैर होने वास्ते उद्यम करो। ये सारियां तो उपराला चंगा उपराला है, हरि दे गुणां दे धारनी होना। गुरु जी का पावन बचन है ना, आहर सब करदा फिरै, आहर एक ना होए, नानक जित आहर जग उधरे, फिर लागू जय। बंदा सारे उपराले कर, लेकिन एक उद्यम उपराला नहीं करता कि मैं अंदरों बाहरों एक हो जाऊं, मैं मन वचन कर्म करके सच्चा हो जाऊं। जे दुनिया का हर इंसान एक उपराला करे कि मैं मन वचन कर्म करके सच्चे होना है, तो कितना सोहना संसार हो जाए, कितना सोहना जीवन हो जाए। लेकिन बाकी बंदा सारे उपराले करता रहिंदा है, पर ऐसे उपराला जिहड़ा करना चाहिए वो नहीं करता। तो इत्थे ये नहीं कि असीं अपने किरत दे उपराले नहीं करने, सच नूं आधार बना के अपनी जिंदगी जीनी है। जिन्ने भी कर्म कांडां दे उपराले ने, इन्हां दा त्याग करना है और असीं रब्बी हुक्म अनुसार जिंदगी जीनी है, सच नूं आधार बना के जिंदगी जीनी है। आहर इहदे वास्ते करना है, अवगुण छोड़ गुणा को धावो, कर अवगुण पछताही जियो। जिन्ना असीं लड़न वास्ते ईरखा लई उपराले करने हैं ना,
इन्हां दे असीं प्रेम करन लई उपराला अद्धा भी कर लवीए तां साडी जिंदगी संवर जाए। सगल बानी में अमृत बानी, बानी का मतलब वचन विलास। जिन्ने भी असीं वचन करते हैं बोलते हैं, अनेकों हर बंदे की अपनी अपनी भाषा है, अपनी अपनी बोली है, अपना अपना बोलन का ढंग है, बोल चाल है। तो जिन्ने भी साडी बोल चाल है वचन विलास ने जो असीं बोलते हैं, सारियां बाणियां सारे वचन विलासां विचों अमृत बाणी, अमृत का मतलब आत्मक जीवन देने वाली बाणी जो साडे अंदर जीवन पैदा करे, वो किहड़ी है? हर को जस सुन रसम बखानी। हर को जस का मतलब रब की सिफत सलाह, रब के गुण कन्नां दे नाल सुन के जीभ दे नाल बोलना। यानी सब तो उत्तम बाणी रब के गुणां नूं सुनना और उन्हां नूं बोलना है जो सानू आत्मक जीवन देगा। ये बारे वैसे असीं रोज ही विचार कर रहे हैं कि जो कुछ असीं सुनांगे वो साडे अंदर जाएगा, साडे उत्ते वो असर करेगा। ते जे असीं सवेर तो लैके शाम तक किसी की निंदिया ही सुनते हाँ, नकारात्मक बोल ही सुनते हाँ, आपां विकारां दीयां गल्लां ही सुनते हाँ, तां साडे अंदर आत्मक जीवन पैदा नहीं होएगा, खुशी पैदा नहीं होएगी, उहदे नाल इनफीरियोरिटी कॉम्पलैक्स पैदा होएगा, साडे अंदर हीन भावना पैदा होएगी, साडे अंदर नैगेटिविटी आएगी, साडे अंदर अनप्लेजेंट इमोशंस पैदा होंगे जिहड़े साडे शरीर नूं रोगी बनाउणगे। ते जे असीं सच सुनते हाँ, सकारात्मक बोल सुनते हाँ, पॉजिटिव बोल सुनते हाँ, और जे असीं गुणां दी गल सुनते हाँ तां इहदे नाल साडे अंदर प्लेजेंट इमोशंस पैदा होंगे। ते वो जो प्लेजेंट इमोशंस ने वो साडे शरीर दे रोगां नूं दूर करनगे, और जिहड़ी गुणां दी गल असीं सुनांगे वो साडे अंदर खुशी पैदा करेगी। पहली गल। दूजी गल है जो असीं बोल रहे हैं, जे असीं नैगेटिव बोलांगे, नकारात्मक बोलांगे तो साडे अंदर नैगेटिविटी आएगी। जे असीं पॉजिटिव बोलते हैं तो साडे अंदर पॉजिटिविटी आएगी। जे असीं गुणां वाले बोल बोलते हाँ तो साडे अंदर गुण जाणगे, सकारात्मकता जाएगी, विल पावर पैदा होगी, सानू खुशी होगी। पर जे असीं सवेर तो लैके शाम तक नकारात्मक बोल बोलते हाँ, जे असीं नैगेटिव बोल बोलते हाँ तो साडी जिंदगी अंदर खुशी नहीं आएगी। इसलिए रसना दे नाल सकारात्मक बोल बोलने, ये जिहड़ी बाणी है, बोल बाणी दा ढंग है, ये सब तो उत्तम है, आत्मक जीवन देने वाला है। साडी बोली, रोज दी बोल चाल साडी जिंदगी अंदर दुख भी पैदा करेगी और सुख भी पैदा करेगी। चॉइस साडी है कि असीं की चाहते हैं। इसलिए गुरु जी कहते हैं प्यारिओ, सब तो उत्तम बोल बाणी है जिस बोल बाणी दे नाल तुहानू भी शांति मिले, सुनन वाले नू भी शांति मिले। इसलिए रब्बी गुणा बारे सुनना और रब्बी गुणा वाले बोल बोलने, ये सब तो उत्तम बाणी है, ये सब तो उत्तम बोली है। सगल थान ते ओह उत्तम थान, इत्थे थान का मतलब है अस्थान, सारियां तो उत्तम अस्थान। हुण असीं देखदे हां कि किन्ने तीर्थ स्थान ने, हुण सारियां तो उत्तम स्थान किहड़ा है? किहड़ा थां सब तो उत्तम है? किस जगह नूं असीं चंगा समझीए? तां गुरुदेव ने इस संसार के अंदर वचन किया है कि कोई भी स्थान, कोई भी जगह अपने आप करके ना चंगी हुंदी है, ना अपने आप करके मंदी हुंदी। हुण ये चीज फैलाई गई सी कि जो बंदा काशी के अंदर शरीर त्यागेगा वो बंदा स्वर्ग विच जाएगा, ते जिहड़ा बंदा मगहर की धरती के उत्ते शरीर त्यागेगा, जो उसकी मौत मगहर विच होएगी तो खोते दी जून जाएगा, नरक विच जाएगा। हुण कबीर जी सारी जिंदगी काशी विच रहने ते जदों आखिरी समा आया तो मगहर आ गए, लोकां दा एक वहम दूर करने लई, भरम दूर करने लई। ते लोकां ने आख्या देखो कबीर दी बदकिस्मती, सारी जिंदगी सगल
जन्म शिवपुरी गवाया, मरती बार मगहर उठ आया। ते कबीर जी बड़े प्यार नाल समझाते ने, कहते ने मनो कठोर मरे बानारस, नरक ना बांचिया जाए। जे कोई मन का कठोर बंदा, जिसकी जिंदगी विच दया नहीं, कोमलता नहीं, सच्चाई नहीं, प्रेम नहीं, इंसानियत नहीं, ਇਹੋ ਜਿਹਾ ਬੰਦਾ ਬਨਾਰਸ ਵਿੱਚ ਵੀ ਮਰੇ, ਸਾਰੀ ਜ਼ਿੰਦਗੀ ਜੀਵੇ, ਤਾਂ ਉਹ ਨਰਕ ਤੋਂ ਦੁੱਖ ਤੋਂ ਬਚ ਨਹੀਂ ਸਕਦਾ। ਹਰ ਕਾ ਸੰਤ ਮਰੇ ਹੜੰਬੇ, ਤਾਂ ਸਗਲੀ ਸੈਨ ਕਰਾਈ। ਪਰ ਜੇ ਕੋਈ ਰੱਬ ਦਾ ਪਿਆਰਾ ਹੜੰਬੇ ਦੀ ਧਰਤੀ ਮਗਹਰ ਤੇ ਵੀ ਜੀਵੇ ਔਰ ਮਰੇ, ਤਾਂ ਉਹ ਆਪਣੇ ਸਾਰੇ ਸਾਥੀਆਂ ਨੂੰ ਵੀ ਤਾਰ ਲਵੇਗਾ। ਤਾਂ ਜਗ੍ਹਾ ਦੀ ਮਹਾਨਤਾ ਨਹੀਂ ਹੈ, ਮਹਾਨਤਾ ਹੈ ਕਿ ਕਿਸੇ ਜਗ੍ਹਾ ਤੇ ਬੈਠ ਕੇ ਤੁਸੀਂ ਕੰਮ ਕੈਸੇ ਕਰਦੇ ਹੋ। गुरु जी का पावन वचन है ना कि जिथे नाम जपिए प्रभ प्यारे, से अस्थल सोई चवारे। जिथे रब दा नाम हुक्म की गल की जाती है, रब के गुणों की गल की जाती है, जिस जगह ते बंदा रह के रब्बी रजा विच तुरदा है, वो रड़ा मैदान भी सोने के महलों वर्गा है। जिथे नाम ना जपिए मेरे गोइंदा सही, नगर उजाड़ी दियो। जिथे रब दे गुण नहीं, जिथे रब दी रजा नहीं, वसते शहर भी उजाड़ा वर्गे ने। तां गुरु जी कहते ने, ओ अस्थान सब तो पवित्र है, नानक जिह कट वसै हर नाम। कि जिस हिरदे विच प्रभु दा नाम वसता है, ओ हिरदा बाकी सारे तीर्थां दे नालों चंगा है। सगल थान ते ओ उत्तम थान। सारे अस्थानां, सारे तीर्थां, हर जगह नालों वो अस्थान, वो हिरदा चंगा है जिस हिरदे के अंदर प्रभु का नाम वस जाए। रब की रजा, रब का भाना, रब के गुण वस जान। वो मैंटैलिटी, वो मानसिकता, वो सोच सब तो चंगा थान है। तो देखो, तुहाडा हिरदा, तुहाडी सोच या मेरी सोच, कोई भी शब्द वरत लो, ਤਾਂ ਇਹ ਸਭ ਤੋਂ ਮਹਾਨ ਹੋ ਸਕਦੀ ਹੈ, ਸਾਰੇ ਤੀਰਥਾਂ ਨਾਲੋਂ ਉੱਤਮ ਥਾਂ ਹੋ ਸਕਦਾ ਹੈ, ਜੇ ਬੰਦਾ ਆਪਣੇ ਹਿਰਦੇ ਦੇ ਅੰਦਰ, ਆਪਣੀ ਮੈਂਟੈਲਿਟੀ ਦੇ ਅੰਦਰ ਪ੍ਰਭੂ ਦੇ ਨਾਮ ਨੂੰ, ਰੱਬੀ ਗੁਣਾਂ ਨੂੰ, ਰੱਬੀ ਰਜਾ ਨੂੰ ਵਸਾ ਦੇ। ਤਾਂ ਜਿਹੜਾ ਵੀ ਇਨਸਾਨ ਆਪਣੇ ਹਿਰਦੇ ਦੇ ਅੰਦਰ ਪ੍ਰਭੂ ਦੇ ਰਜਾ ਭਾਣੇ ਗੁਣਾਂ ਨੂੰ ਵਸਾਏਗਾ, ਉਹ ਇਨਸਾਨ ਹੀ ਸਭ ਤੋਂ ਉੱਤਮ ਹੋਏਗਾ। और मैं इन्हां चीज़ां नूं फिर दोबारा दोहरा दियां, जिहड़ा इंसान सच नूं आधार बना के मनुखी फर्जां नूं पूरियां करेगा, वही सब तो चंगा धर्मी होगा। जिहड़ा इंसान सच नूं आधार बना के जां संगत विच जाके, गुरु की हजूरी विच जाके खोटी मत नूं दूर करेगा, उहदी इह क्रिया ही सब तो उत्तम क्रिया होएगी। सारे जिन्ने भी उद्यम ने, उन्हां सारे आहरा उद्यमां दे विचों धार्मिक जिन्ने भी बंदा कर्म करता है, सब तो चंगा उद्यम है रब्बी गुणां दे धारनी होना, रब्बी रजा विच तुरन दा उद्यम करना। सब तो चंगी बोल बाणी है रब्बी गुणां दी गल करनी और रब्बी गुणां दी गल सुननी। ते सब तो उत्तम थां वो हिरदा है जिस हिरदे दे अंदर रब दे गुण और रब दी रजा वसन। अगली जो अष्टपदी है, चौथी अष्टपदी का श्लोक, निर्गुण यार आन्या सो प्रभ सदा समाल। निर्गुण का मतलब गुणा तो हीन बंदा, आन्या का मतलब अजाणिया, बेसमझ। कि हे अजान और हे गुणहीन मनुख, रब नूं सदा संभाल, रब दे गुणां नूं अपने हिरदे विच वसा, रब नूं याद रख। हुण बेसमझ कौन है? बेसमझ बंदा वो है जिसके अंदर गुण नहीं है, जिसने रब नूं भुला दिता है। और जिहड़ा बंदा रब नूं भुला देवेगा, रब्बी गुणां नूं भुला देवेगा, उस मनुख की जिंदगी के अंदर औगण आ जाणगे। क्योंकि कुदरत का नियम है, जिथों असीं एक चीज नूं पासे कर दईए, दूजी चीज उत्थे आटोमैटिकली आ जाती है। कुदरत कोई भी शै खाली नहीं रहन दिंदी। जिवें मैं पहला भी एक दिन बेनती की सी, एक पानी का भरिया हुआ गिलास, तुसीं उस पानी नूं डोल दिओ तां साडी नज़र विच गिलास खाली हो गया।
पर खाली नहीं होया, कुदरत ने नाल दे नाल उत्थे हवा भेज दी, गिलास हवा दे नाल भर गया। जे उस गिलास विच हवा ना होवे तो चिपक जाएगा, पिचक जाएगा। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਜੇ ਤੁਸੀਂ ਗੁਣ ਆਪਣੇ ਹਿਰਦੇ ਵਿੱਚ ਧਾਰਨ ਨਹੀਂ ਕਰੋਗੇ ਤਾਂ ਔਗਣ ਆਟੋਮੈਟਿਕਲੀ ਆ ਜਾਣਗੇ। ਗੁਣਾਂ ਵਾਸਤੇ ਤੁਹਾਨੂੰ ਯਤਨ ਕਰਨਾ ਪੈਣਾ। ਗੁਣਾਂ ਨੂੰ ਕੱਢ ਦਿਓਗੇ, ਔਗਣ ਆਪੇ ਆ ਜਾਣਗੇ। ਸੱਚ ਨੂੰ ਛੱਡ ਦਿਓ, ਝੂਠ ਆਪੇ ਆ ਜਾਣਾ। ਦਇਆ ਨੂੰ ਆਪਣੇ ਹਿਰਦੇ ਤੋਂ ਕੱਢ ਦਿਓ ਤੇ ਖੁਦਾ ਆਪੇ ਆ ਜਾਣੀ। ਪ੍ਰੇਮ ਕਰਨਾ ਛੱਡ ਦਿਓ, ਈਰਖਾ ਆਪੇ ਹੀ ਸ਼ੁਰੂ ਹੋ ਜਾਣੀ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਬੇਸਮਝ ਬੰਦੇ, ਹੇ ਗੁਣਾਂ ਤੋਂ ਸਖਣੇ ਮਨੁੱਖ, ਰੱਬ ਨੂੰ ਯਾਦ ਰੱਖ। ਰੱਬ ਨੂੰ ਯਾਦ ਰੱਖਣਾ ਹੀ ਸਮਝਦਾਰੀ ਹੈ। ਰੱਬੀ ਰਜ਼ਾ ਦੇ ਵਿੱਚ ਤੁਰਨਾ ਹੀ ਸਮਝਦਾਰੀ ਹੈ। ਰੱਬੀ ਗੁਣਾਂ ਦੇ ਧਾਰਨੀ ਹੋਣਾ ਹੀ ਸਮਝਦਾਰੀ ਹੈ। ਤਾਂ ਹੇ ਗੁਣਹੀਨ ਅਨਾਨ ਮਨੁੱਖ, ਉਸ ਮਾਲਕ ਨੂੰ ਸੰਭਾਲ ਯਾਨੀ ਯਾਦ ਕਰ। ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭੀ ਨਾਲ। ਜਿਨ ਕੀਆ ਦਾ ਮਤਲਬ ਜਿਨਨੇ ਤੈਨੂੰ ਪੈਦਾ ਕੀਤਾ। ਇਸ ਚੀਤ ਰੱਖ, ਉਹਨੂੰ ਆਪਣੇ ਚਿੱਤ ਦੇ ਅੰਦਰ ਰੱਖ, ਯਾਦ ਵਿੱਚ ਰੱਖ। ਨਾਨਕ ਨਿਭੀ ਨਾਲ, ਉਹ ਤੇਰੇ ਨਾਲ ਨਿਭੇਗਾ, ਉਹ ਤੇਰਾ ਸਾਥ ਨਿਭਾਏਗਾ। ਹੁਣ ਰੱਬ ਨੂੰ ਯਾਦ ਰੱਖਣਾ, ਰੱਬ ਦੇ ਗੁਣਾਂ ਨੂੰ ਯਾਦ ਰੱਖਣਾ ਹੈ, ਕਿਉਂਕਿ ਰੱਬ ਹੈ ਹੀ ਇੱਕ ਗੁਣਾਂ ਦਾ ਮੁਜੱਸਮਾ। ਰੱਬ ਕੀ ਇੱਕ ਓੰਕਾਰ, ਇੱਕ ਹੈ ਸਾਰੇ ਸੰਸਾਰ ਦੇ ਅੰਦਰ ਪਸਰਿਆ ਹੋਇਆ। ਉਤਪਤੀ, ਲਹਿਤਾ, ਪਾਲਣਾ और संचालन जिस करके हो रहा है वो सर्वव्यापक परम सत्या ही रब है। तो इस चीज को, इस गुण को याद रख के दिसता हुआ संसार रब का रूप है। इस चीज को चेते रख के हर इंसान विच हर थां ते रब है, रब के गुण ने। इन्हां चीज़ां नूं याद रख। रब सच है तो सच्चाई नूं याद रख। रब निरभौ निर्वैर है तो निरभैता निर्वैरता नूं अपने चेते के अंदर वसा, चित्त के अंदर वसा, बोलों विच वसा, विहार विच वसा। फिर जिहड़े ये रब्बी गुण ने ये तेरे नाल निभणगे, तेरा आत्मक जीवन विच साथ देणगे, सुखां विच साथ देणगे। ये तैनूं कदे आत्मक मौते नहीं मरण देणगे। जदों किते तेरे अंदर आचरणक गिरावट आएगी तां रब दी याद ही तैनूं उस गिरावट दे विचों बचा लवेगी। जे किते चोरी करन दी भावना अंदर पैदा होएगी, बनया हुआ आचरण गुरु की पावन बाणी तेनू याद दिवाएगी। चोर किया चंगा क्यों हुए, चोर की हामा भरे ना हुए। उन्होंने याद रख। अगला बचन करते ने, रमैया के गुण चेत परानी। रमैया का मतलब सोना, सर्व व्यापक। रमैया का मतलब जो रमया हुआ है। हुण यह चीज समझन वाली है, जो रब नूं मनन हारे जिस चीज में बहुते लोग समझ नहीं पाए। रमैया रब जिहड़ा है रमया होया है, जर्रे जर्रे विच, मेरे विच भी, तुहाडे विच भी, हर थां ते जल थल महील पूरिया। हुण ये गल सानूं जबानी तां याद है, लेकिन असीं मन करके इस चीज नूं मन्निया नहीं। ते जो बहुत बहुतात जो गिनती है वो इस भुलेखे दे विच कि रब किते वखरे उतले संसार ते बैठा संचालन कर रहा है। वो मेरे तो वखरा है, मैं उहदे तो वखरा हूं। बस जिस दिन यह भुलेखा दूर हो गया ना, उस दिन मनुख की जिंदगी बदल जाएगी, सोच बदल जाएगी। हुण जे मैं तुहाडे विच वसते रब नूं वेखां, जो तुसीं क्लास विच मेरियां भैणां मेरे वीर बैठे हो, जां जो मेरे रिश्तेदार ने, मेरा परिवार के मैंबर ने, जे उन्हां विच मैं रब नूं वेखां कि इन्हां विच रब है, तो फिर मेरा विहार बदलेगा ना। रब नाल फिर मैं हेरा फेरी थोड़ी करांगा। रब दा ते मैं आदर करांगा, सत्कार करांगा, प्यार करांगा, ओदी सेवा विच हाजिर होवांगा। ते जे ये भावना साडे अंदर आम मनुख, तां गुरु जी कहंदे ने, वो जो रमया होया है ओदे गुणां नूं हे प्राणी चेत, ओदे गुणां नूं अपने चेते दे अंदर वसा, अपने चित्त दे अंदर रख। तेरी सोच दे अंदर उस रब दे गुण होने चाहिए। ते नाल गुरुदेव पातशाह ओदी महानता दर्शा रहे ने, कवन मूल ते कवन दृष्टानी।
ਕਿਹੜੇ ਮੂਲ ਤੋਂ, ਮੂਲ ਦਾ ਮਤਲਬ ਜਿਹੜਾ ਮੁੱਢ ਹੈ, ਕਿ ਤੇਰਾ ਕੀ ਮੁੱਢ ਹੈ, ਕਿ ਤੈਨੂੰ ਬਣਾ ਕੀ ਦਿੱਤਾ ਹੈ। ਹੁਣ ਸਾਡਾ ਮੁੱਢ ਕੀ ਹੈ? ਰੰਚਕ ਰੇਤ ਖੇਤ ਤਨ ਨਿਰਮਿਤ ਦੁਰਲਭ ਦੇਹ ਸਵਾਰ ਤਰੀ। ਜਾਂ ਗੁਰੂ ਜੀ ਦਾ ਪਾਵਨ ਬਚਨ ਹੈ, ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਰ ਆਪਾਰਾ। ਦੇਖ, ਮਾਂ ਦਾ ਖੂਨ ਔਰ ਪਿਤਾ ਦਾ ਬਿੰਦ, ਇਸ ਮੂਲ ਤੋਂ ਕਿੰਨੀ ਸੁੰਦਰ ਤੇਰੀ ਮੂਰਤੀ ਬਣਾ ਦਿੱਤੀ ਹੈ, ਕਿੰਨਾ ਸੋਹਣਾ ਤੇਰਾ ਸਰੀਰ ਬਣਾ ਦਿੱਤਾ ਹੈ। ਤੇਰਾ ਮੂਲ ਕੀ ਹੈ ਤੇ ਤੈਨੂੰ ਬਣਾ ਕਿੰਨਾ ਸੁੰਦਰ ਦਿੱਤਾ ਹੈ। ਉਸ ਰੱਬ ਨੂੰ ਯਾਦ ਰੱਖ, ਪਹਿਲੀ ਗੱਲ। ਦੂਜੀ ਗੱਲ, ਆਪਣੇ ਮੂਲ ਨੂੰ ਯਾਦ ਕਰ। ਅਸੀਂ ਕਹਿੰਦੇ ਨਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਣੇ ਮੂਲ ਦੀ ਪਛਾਣ ਕਰ ਕਿ ਤੈਨੂੰ ਕਿੱਥੋਂ ਕਿੱਥੇ ਪਹੁੰਚਾ ਦਿੱਤਾ ਹੈ ਕੀ ਸੈਂ, ਕਿ ਤੂੰ ਕਿੰਨਾ ਮਹਾਨ ਬਣਿਆ ਹੋਇਆ। ਤਾਂ ਇਹ ਜਦੋਂ ਅਸੀਂ ਚੀਜ਼ ਵੇਖਾਂਗੇ ਤਾਂ ਸਾਡੀ ਜ਼ਿੰਦਗੀ ਅੰਦਰ ਸ਼ੁਕਰਾਨਾ ਪੈਦਾ ਹੋਏਗਾ, ਸਾਡੇ ਜੀਵਨ ਵਿੱਚ ਖੁਸ਼ੀ ਪੈਦਾ ਹੋਏਗੀ ਕਿ हे ਪ੍ਰਭੂ ਤੇਰਾ ਸ਼ੁਕਰ। ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਆਪਣੇ ਮੂਲ ਨੂੰ ਹੁਣ ਤੂੰ ਪਛਾਣ ਕੇ ਤੂੰ ਰੱਬ ਦਾ ਰੂਪ ਹੈ। ਆਪਣੇ ਸੈਲਫ ਐਨਾਲਿਸਿਸ ਕਰ ਕਿ ਇਨਸਾਨ ਹੋਣ ਦੇ ਨਾਤੇ ਤੂੰ ਕੈਸਾ ਹੋਣਾ ਚਾਹੀਦਾ ਹੈ ਔਰ ਤੂੰ ਕੈਸਾ ਹੈ। ਤੇਰਾ ਸੁਭਾਅ ਕੈਸਾ ਹੋਣਾ ਚਾਹੀਦਾ ਹੈ ਇਨਸਾਨੀਅਤ ਦੇ ਨਾਤੇ, ਈਮਾਨਦਾਰੀ ਨਾਲ। ਕਿ ਤੂੰ ਇਨਸਾਨ ਹੈ, ਬੰਦਾ ਹੈ, ਤਾਂ ਇਨਸਾਨੀਅਤ ਦੇ ਨਾਤੇ, ਈਮਾਨਦਾਰੀ ਦੇ ਨਾਲ ਅਸੀਂ ਇਹ ਸੋਚੀਏ ਕਿ ਅਸੀਂ ਕਿਹੋ ਜਿਹੇ ਹੋਣੇ ਚਾਹੀਦੇ ਹਾਂ, ਮੇਰਾ ਸੁਭਾਅ ਕਿਹੋ ਜਿਹਾ ਹੋਣਾ ਚਾਹੀਦਾ ਹੈ, ਮੇਰੀ ਬੋਲ ਬਾਣੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਮੇਰਾ ਦੂਜਿਆਂ ਦੇ ਨਾਲ ਵਿਹਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਔਰ ਮੇਰਾ ਵਿਹਾਰ ਕਿਹੋ ਜਿਹਾ ਹੈ, ਮੇਰੀ ਬੋਲ ਬਾਣੀ ਕੈਸੀ ਹੈ। ਤਾਂ ਸੋਚਣਾ ਚਾਹੀਦਾ ਨਾ। ਜਦੋਂ ਅਸੀਂ ਸੋਚਾਂਗੇ ਤੇ ਸਮਝ ਪਵੇਗੀ ਯਾਰ ਗੜਬੜ ਤਾਂ ਅਸੀਂ ਕਰ ਰਹੇ ਹਾਂ। ਅਸੀਂ ਦੂਜਿਆਂ ਨੂੰ ਉਪਦੇਸ਼ ਕਰਦੇ ਹਾਂ ਨਾ ਕਿ ਉਹਦੇ ਵਿੱਚ ਇਹ ਔਗੁਣ ਨੇ, ਉਹਦੇ ਵਿੱਚ ਇਹ ਕਮੀਆਂ ਨੇ, ਪਰ ਹਰ ਬੰਦਾ ਜੇ ਆਪਣੇ ਵੱਲ ਵੇਖੇ ਕਿ ਇੱਕ ਇਨਸਾਨੀਅਤ ਦੇ ਨਾਤੇ ਮੇਰੇ ਸੁਭਾਅ, ਮੇਰੀ ਬੋਲ ਬਾਣੀ, ਮੇਰੀ ਸੋਚ, ਮੇਰਾ ਵਿਹਾਰ, ਮੈਂ ਮਨ ਵਚਨ ਕਰਮ ਕਰਕੇ ਕਿੱਥੇ ਖੜਾ ਹਾਂ, ਕਿਹੋ ਜਿਹਾ ਮੈਨੂੰ ਹੋਣਾ ਚਾਹੀਦਾ ਹੈ। ਪਹਿਲੀ ਗੱਲ। ਦੂਜੀ ਗੱਲ ਕਿ ਮੈਂ ਕਿੱਥੇ ਖੜਾ ਹਾਂ ਤੇ ਮੈਂ ਕਿੰਨਾ ਮਹਾਨ ਹੋ ਸਕਦਾ ਹਾਂ ਜੇ ਮੈਂ ਆਪਣੀ ਬੋਲ ਬਾਣੀ ਨੂੰ ਪੋਜ਼ਿਟਿਵ ਕਰ ਲਵਾਂ, ਮੈਂ ਆਪਣੇ ਵਿਹਾਰ ਨੂੰ ਚੰਗਾ ਕਰਾਂ, ਮੈਂ ਗਿਆਨ ਹਾਸਲ ਕਰਨ ਵਾਸਤੇ ਯਤਨ ਕਰਾਂ, ਆਪਣੀ ਸਰੀਰਕ ਸਿਹਤ ਨੂੰ ਠੀਕ ਰੱਖਣ ਵਾਸਤੇ ਯਤਨ ਕਰਾਂ, ਮੈਂ ਆਪਣੇ ਪਰਿਵਾਰਕ ਔਰ ਰਿਸ਼ਤਿਆਂ ਦੇ ਜਿਹੜੇ ਸੰਬੰਧ ਨੇ ਉਹਨਾਂ ਨੂੰ ਮਿੱਠੇ ਬਣਾਉਣ ਲਈ ਮਹਾਨ ਤੋਂ ਮਹਾਨ ਕੰਮ ਮੈਂ ਕੀ ਕਰ ਸਕਦਾ। ਤਾਂ ਤੁਸੀਂ ਹੈਰਾਨ ਹੋਗੇ ਕਿ ਜਿੰਨੀਆਂ ਸਾਡੇ ਅੰਦਰ ਪੋਸੀਬਿਲਿਟੀਜ਼ ਨੇ ਅਸੀਂ ਕਦੇ ਅੰਦਾਜ਼ਾ ਵੀ ਨਹੀਂ ਲਾ ਸਕਦੇ। ਯਾਰ ਅਸੀਂ ਐਵੇਂ ਦੇ ਵੀ ਬਣ ਸਕਦੇ ਹਾਂ। ਹਰ ਬੰਦਾ ਰੱਬ ਵਰਗਾ ਹੋ ਸਕਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਇਹ ਅਣਜਾਣ ਬੇਸਮਝ ਬੰਦਿਆ, ਤੂੰ ਆਪਣੇ ਵੱਲ ਸੋਚ ਤੇ ਸਹੀ ਕਿ ਰੱਬ ਨੇ ਤੈਨੂੰ ਕਿਸ ਮੂਲ ਤੋਂ ਕਿੰਨਾ ਸੁੰਦਰ ਬਣਾ ਦਿੱਤਾ ਹੈ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਸ ਨੇ ਤੈਨੂੰ ਸਾਧ ਕੇ ਜੀਵਨ ਦੇ ਕੇ ਤੈਨੂੰ ਬੜਾ ਸੋਹਣਾ ਬਣਾ ਦਿੱਤਾ ਹੈ, ਤੈਨੂੰ ਸ਼ਿੰਗਾਰਿਆ ਹੋਇਆ ਹੈ। ਕਿੰਨਾ ਸੋਹਣਾ ਹੈ ਨਾ ਮਨੁੱਖ ਦਾ ਸਰੀਰ। ਹੁਣ ਕਦੇ ਅੰਦਾਜ਼ਾ ਲਗਾਓ ਕਿ ਜੇ ਸਾਡਾ ਨੱਕ ਥੱਲੇ ਵਾਲੇ ਬੁੱਲਾਂ ਤੇ ਲੱਗਾ ਹੁੰਦਾ ਤੇ ਅੱਖਾਂ ਮੇਰੀਆਂ ਮੱਥੇ ਤੇ ਲੱਗੀਆਂ ਹੁੰਦੀਆਂ ਤੇ ਕਿਹੋ ਜਿਹਾ ਮੈਂ ਹੋਣਾ ਸੀ। ਜਾਂ ਮੇਰੀਆਂ ਅੱਖਾਂ ਕੰਨਾਂ ਦੇ ਥਾਂ ਲੱਗੀਆਂ ਹੁੰਦਾ ਤੇ ਕੰਨ ਮੇਰੇ ਅੱਖਾਂ ਦੇ ਥਾਂ ਲੱਗੇ ਹੁੰਦੇ ਤੇ ਮੇਰੀ ਸ਼ਕਲ ਕਿਵੇਂ ਦੀ ਹੋਣੀ ਸੀ। ਤੇ ਇੱਕ ਬਾਹ ਮੇਰੀ ਗੋਡੇ ਦੇ ਨਾਲ ਲੱਗੀ ਹੁੰਦੀ ਤੇ ਦੂਜੀ ਬਾਹ ਮੇਰੀ ਇੱਥੇ ਸਿਰ ਦੇ ਨਾਲ ਲਟਕੀ ਹੁੰਦੀ ਤਾਂ ਮੇਰਾ ਰੂਪ ਕਿਵੇਂ ਦਾ ਹੋਣਾ ਸੀ। ਕਿੰਨੇ ਵਿਧੀ ਵਿਧਾਨ ਦੇ ਨਾਲ ਰੱਬ ਨੇ ਬਣਾਇਆ ਨਾ ਸ਼ਿੰਗਾਰ ਕੇ। ਪੁੱਤਰੀ ਤੇਰੀ ਵਿਧ ਕਰ ਥਾਕੀ, ਕਿ ਤੇਰਾ ਜੋ ਸਰੀਰ ਰੱਬ ਨੇ ਬੜੇ ਵਿਧੀ ਵਿਧਾਨ ਦੇ ਨਾਲ ਕੁਦਰਤ ਨੇ ਬਣਾਇਆ। ਜਿਨਨੇ ਤੈਨੂੰ ਸਾਜਿਆ, ਤੈਨੂੰ ਸ਼ਿੰਗਾਰਿਆ, ਤਾਂ ਉਸ ਰੱਬ ਨੂੰ ਯਾਦ ਰੱਖ। ਜੇ ਤੂੰ ਉਹਦੇ ਗੁਣਾਂ ਨੂੰ ਯਾਦ ਰੱਖੇ ਤਾਂ ਤੇਰੀ ਮਾਨਸਿਕਤਾ ਵੀ ਸੰਵਾਰੀ ਜਾਏਗੀ, ਤੇਰੀ ਸੋਚ ਸਮਰ ਜਾਏਗੀ, ਤੇਰਾ ਘਰ, ਤੇਰਾ ਪਰਿਵਾਰ, ਤੇਰਾ ਸਮਾਜ, ਤੇਰਾ ਇਹ ਸੰਸਾਰ ਵੀ ਸੋਹਣਾ ਹੋ ਜਾਏਗਾ। ਗਰਭ ਅਗਨ ਮਹਿ ਜਿਨਹਿ ਉਬਾਰਿਆ, ਪੇਟ ਦੀ ਅਗਨ ਦੇ ਅੰਦਰ ਤੈਨੂੰ ਬਚਾ ਕੇ ਰੱਖਿਆ।
नहीं तो बहुत सारे बच्चे ऐसे ने जो मां के गर्भ में ही मर जाते हैं, मौत हो जाती है, कई जमते ही मर जाते हैं। तो तू शुकराना कर कि मां के गर्भ के अंदर तू सुरक्षित रहा, तेन जन्म मिलिया, तू तंदुरुस्त जन्मिया, इस संसार के अंदर तू जिंदगी जी रहा जिस रब ने तेनू मां के गर्भ में जीवन दिता, बचाया तेनू। और फिर देख तेरे ते एहसान कुदरत दे, बार व्यवस्था तुझे प्यारे दूध, केवल मां के गर्भ तो बचाया ही नहीं, बाल अवस्था विच तेन दुध प्यालदा है। बंदा जमदा कुछ खा नहीं सकता, कुछ हाथ विच फड़ नहीं सकता, तां बाल उम्र विच तेन दुध प्यालदा है, मां के दुध का इंतजाम किया। बचपन के अंदर तेन पालन पोषण वाले मां बाप, तेरे भैन भरा जिन्हां ने तेन संभालिया, तेन तरल पदार्थ दिते। पर जोबन भोजन सुख सूद, सूद का मतलब सूझ, पर जोबन का मतलब जवानी के भर विच, यानी भर जवानी विच, जवानी के अंदर तेनू भोजन और सुखों की सूझ देंदा है। बचपन में तेनू मां प्यो ने खुआया पियाया, जिवें जिवें तू जवान होया तेनू सुखों की और भोजन की सूझ आप आ गई। हुण तू अपनी चॉइस रखना कि मैं पिज़्ज़ा खाना है, मैं बर्गर खाना है, या मैं होटल ते जाना है, या मैं सब्जी खानी है, या मैं दाल खानी है। तेनू आप नू हुण सूझ है, सुखों की सूझ है, शरीरक सुखों की, मानसिक सुखों की, भोजन की। रब ने तेनू सूझ दिती, समझ दिती। ते कदे वेख इस दुनिया में कुछ लोग ऐसे भी ने जिन्हां दा दिमाग विचारियां दा काम नहीं करता। तैनू रब ने दिमाग दिता है, सूझ दिती है, समझ दिती है, तो इस सूझ समझ नू ठीक तरह वरत, उहदा शुकराना कर, उहदे गुणां नू अपने हिरदे विच विसार। मैया के गुण चेत प्राणी, हे प्राणी उस रब दे गुणां नू याद रख, मीनस कि उस मालिक दा शुकराना कर। जिवें तेरा बचपन नहीं रहा, बचपन जवानी विच बदल गया, ते रहनी सदा जवानी भी नहीं, बंदा बुढ़ा हो जाता। बिरद पया ऊपर साख सैन, बचपन विच तेनू मां प्यो ने संभालिया, जवानी विच तेनू रब ने सूझ समझ दिती, बल दिता, बुद्ध दिती, लेकिन तू फिर बुढ़ा हो गया। हुण फिर नहीं तुरया जांदा, बचपन विच नहीं सी तुरया जांदा, बचपन विच खादा नहीं सी कुछ जांदा, हुण तेरे हाथ फिर कंबदे ने पे। बचपन विच तू कोई गल समझ नहीं सी पांदा, हुण बुढ़ेपे विच फिर ऐसी कंडीशन आ गई है। ते गुरु जी कहते ने बिरद पया ऊपर साख सैन, सैन का मतलब सज्जन, तां सेवा करन नूं तेरे सज्जन मित्र तैयार कर दिंदा है। जदों बंदा बजुर्ग हो जाता है, धियां पुत्र संभालते ने, नूहां ने, पुत्र ने, धी जवाई ने, जां यार दोस्त संभाल लेंदे ने। ते जे ना भी तां फिर अजकल बिरध आश्रम ने कोई ना कुछ संभालदा है, बिरध आश्रम विच चलदा जांदा, बुढ़ेपे वास्ते तेरा इंतजाम है। तां ओहदे गुणां नूं याद कर, ओहदा शुकराना कर, जिन्हें तेन जीवन दिता, जवानी दिती, बुढ़ेपे विच तेरे कोल किन्ना सारा तजर्बा है, तेनू संभालन वाले ने। मुख अप्याओ बैठ को दैन, बैठ को दैन का मतलब बैठे दे मुंह विच पांदे ने। अप्याओ का मतलब चंगे भोजन तेनू बैठे नूं दिंदे ने। कदे पुत्र आन के तेरे मुंह विच कुछ पांदा है, कदे नूह लिया के सलाद तेरे अगे कट के रख दिंदी है। रिश्तेदार ने, सज्जन मित्र ने, जे तू किते बिरध आश्रम विच है तां ओह लोग तेनू संभाल रहे ने, तेरे मुंह विच पा रहे ने ना सज्जन मित्र, साख सैन। तां शुकराना कर, गुणां दा धारनी हो, सच दे नाल जुड़िया रहो। यह निर्गुण गुण कछू ना बूझे, पर गुरु जी कहते ने यह निर्गुणा बंदा है, नेकी विहूण बंदा है, जिन्हों असीं एहसान फरामोश कह दिंदे हां, बेशुकरा। ये बेशुकरा है, गुण कछू ना बूझे, ये किसी रब्बी उपकार नूं नहीं जानता, शुक्र नहीं करता, बेशुकरा है। ते जेड़ा बंदा किसी दे कीते उपकार नूं ना जाने, उहनूं असीं अकिरत कण कहने हां।
ਭਾਈ ਗੁਰਦਾਸ ਜੀ ਕਹਿੰਦੇ ਨੇ, ਭਾਰੇ ਭੋਏ ਅਕਿਰਤ ਕਣ ਮੰਦੀ ਹੂੰ ਮੰਦੇ। ਜਿਹੜਾ ਕਿਸੇ ਦੇ ਕੀਤੇ ਉਪਕਾਰ ਨੂੰ ਨਹੀਂ ਜਾਣਦਾ ਉਹ ਮੰਦਿਆਂ ਤੋਂ ਮੰਦਾ ਹੁੰਦਾ ਹੈ। ਤਾਂ ਜ਼ਰੂਰਤ ਹੈ ਨਾ ਰੱਬ ਦਾ ਸ਼ੁਕਰਾਨਾ ਕੀਤਾ ਜਾਏ। ਉਹਦੇ ਨਾਲ ਕੀ ਹੋਏਗਾ? ਇੱਕ ਤਾਂ ਸਾਡੇ ਅੰਦਰ ਗੁਣ ਪੈਦਾ ਹੋਣਗੇ, ਉਹਦੇ ਗੁਣਾਂ ਦੇ ਧਾਰਨੀ ਹੋਵਾਂਗੇ। ਦੂਜੀ ਗੱਲ ਹੈ ਕਿ ਸ਼ੁਕਰਾਨਾ ਕਰਨ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਸੁੱਖ ਔਰ ਸੰਤੁਸ਼ਟੀ ਪੈਦਾ ਹੋਏਗੀ, ਸੈਟਿਸਫੈਕਸ਼ਨ ਪੈਦਾ ਹੋਏਗੀ, ਖੁਸ਼ੀ ਪੈਦਾ ਹੋਏਗੀ। ਮਿਸਾਲ ਵਜੋਂ ਆ ਮੈਂ ਕੱਪੜਾ ਪਾਇਆ ਨਾ, ਕਮੀਜ਼ ਪਜਾਮਾ, ਹੁਣ ਇਹ ਸਸਤਾ ਹੈ, ਪਰ ਮੈਨੂੰ ਇਹ ਸਸਤਾ ਕੱਪੜਾ ਤੁਹਾਡੇ ਮਹਿੰਗੇ ਕੱਪੜੇ ਵੇਖ ਕੇ ਮੈਨੂੰ ਹੀਨ ਭਾਵਨਾ ਆਉਂਦੀ ਹੈ ਕਿ ਯਾਰ ਮੇਰੇ ਕੋਲ ਕੱਪੜੇ ਸਸਤੇ ਨੇ, ਚੰਗੇ ਕੱਪੜੇ ਨਹੀਂ। ਲੋਕਾਂ ਨੇ ਕਿੰਨੇ ਕਿੰਨੇ ਫੈਸ਼ਨ ਵਾਲੇ ਕੱਪੜੇ ਪਾਏ ਨੇ, ਮਹਿੰਗੇ ਪਾਏ ਨੇ। ਹੁਣ ਮਹਿੰਗੇ ਖਰੀਦਣ ਦੀ ਮੇਰੇ ਕੋਲ क्षमता ਨਹੀਂ, ਤੇ ਜਿਹੜਾ ਮੈਨੂੰ ਮਿਲਿਆ ਹੈ ਇਹ ਮੈਨੂੰ ਪਸੰਦ ਨਹੀਂ, ਤਾਂ ਮੈਂ ਦੁਖੀ ਹੋਵਾਂਗਾ ਨਾ। ਤੇ ਜਿਹੜਾ ਮੈਨੂੰ ਮੇਰੀ ਕਿਰਤ ਦੇ ਨਾਲ ਮਿਲਿਆ ਹੈ, ਜੇ ਮੈਂ ਇਹਦਾ ਸ਼ੁਕਰਾਨਾ ਕਰਾਂ ਕਿ हे ਪ੍ਰਭੂ ਤੇਰਾ ਸ਼ੁਕਰ ਹੈ, ਤੂੰ ਮੈਨੂੰ ਤਨ ਢੱਕਣ ਵਾਸਤੇ ਵਸਤਰ ਦਿੱਤੇ ਨੇ, ਮੈਨੂੰ ਤਨ ਢੱਕਣ ਲਈ ਮਿਲੇ ਤੇ ਹਨ। ਇਸ ਦੁਨੀਆ ਵਿੱਚ ਤੇ ਕੁਛ ਐਸੇ ਲੋਕ ਨੇ ਜਿਨ੍ਹਾਂ ਦੇ ਕੋਲ ਕੱਪੜੇ ਪਾਉਣ ਵਾਸਤੇ ਵੀ ਨਹੀਂ, ਤਨ ਢੱਕਣ ਵਾਸਤੇ ਵੀ ਨਹੀਂ, ਜਿਨ੍ਹਾਂ ਦੇ ਕੋਲ ਭੋਜਨ ਖਾਣ ਵਾਸਤੇ ਵੀ ਨਹੀਂ, ਜਿਨ੍ਹਾਂ ਦੇ ਕੋਲ ਰਹਿਣ ਵਾਸਤੇ ਮਕਾਨ ਨਹੀਂ। ਤੈਨੂੰ ਜੇ ਰੋਟੀ ਕੱਪੜਾ ਮਕਾਨ ਮਿਲਿਆ ਹੈ ਤਾਂ ਸ਼ੁਕਰਾਨਾ ਕਰ। ਤਾਂ ਸ਼ੁਕਰਾਨਾ ਕਰਨ ਦੇ ਨਾਲ ਕੀ ਹੋਏਗਾ? ਜੋ ਕੁਝ ਸਾਡੇ ਕੋਲ ਹੈ ਉਹਦਾ ਅਸੀਂ ਸੁੱਖ ਮਾਣਾਂਗੇ, ਔਰ ਦੂਜੇ ਜੋ ਸਾਡੀਆਂ ਪ੍ਰਾਪਤੀਆਂ ਨੇ ਉਹਨਾਂ ਵਾਸਤੇ ਅਸੀਂ ਯਤਨ ਕਰਾਂਗੇ। ਪਰ ਗੁਰੂ ਜੀ ਕਹਿੰਦੇ ਨੇ ਇਹ ਐਸਾ ਸ਼ੁਕਰਾਨੇ ਤੋਂ ਬਿਨਾਂ ਬੇਸ਼ੁਕਰਾ ਬੰਦਾ ਹੈ, ਇਹ ਗੁਣ ਨੂੰ ਸਮਝਦਾ ਹੀ ਨਹੀਂ। ਗੁਰੂ ਜੀ ਕਹਿੰਦੇ ਨੇ ਬਖਸ਼ ਲਿਓ तो नानक सिज है। सिज का मतलब सफल होवे। हे नानक आख के जे तू आप मेहर करें तो यह जन्म मनोरथ के अंदर सफल हो सकता है, जे तेरी मेहर हो जाए। हुण रब की मेहर असीं इत्थे फिर कन्फ्यूज हो जाते हाँ, जां असीं अपनी जिम्मेवारी तो भज्जण की ट्राई करते हाँ। असीं कह देंगे जी असीं सफल नहीं होए, साडे ते रब ने मेहर नहीं की, ਅਸੀਂ ਗੁਣ ਨਹੀਂ ਗਾਏ, ਅਸੀਂ ਸਾਡੇ ਤੇ ਰੱਬ ਨੇ ਮਿਹਰ ਨਹੀਂ ਕੀਤੀ, ਅਸੀਂ ਬਾਣੀ ਤਾਂ ਨਹੀਂ ਪੜ੍ਹਦੇ, ਸਾਡੇ ਤੇ ਰੱਬ ਨੇ ਮਿਹਰ ਨਹੀਂ ਕੀਤੀ। ਅਸੀਂ ਆਪਣੇ ਆਪ ਨੂੰ ਬਰੀ ਕਰ ਲੈਂਦੇ ਹਾਂ, ਔਰ ਅਸੀਂ ਇਹ ਕਹਿ ਦਿੰਦੇ ਹਾਂ ਕਿ ਫਲਾ ਬੰਦੇ ਤੇ ਰੱਬ ਦੀ ਮਿਹਰ ਹੈ ਤਾਂ ਉਹ ਐਸਾ ਕਰ ਰਿਹਾ ਹੈ। ਇਹਦਾ ਮਤਲਬ ਰੱਬ ਦੇ ਅੰਦਰ ਵੀ ਵੈਰ ਹੈ ਕਿ ਉਹ ਇੱਕ ਦੇ ਉੱਤੇ ਮਿਹਰ ਕਰ ਦਿੰਦਾ ਹੈ, ਦੂਜੇ ਤੇ ਮਿਹਰ ਨਹੀਂ ਕਰਦਾ। ਜੇ ਤੇ ਐਸਾ ਹੈ ਤਾਂ ਫਿਰ ਤਾਂ ਰੱਬ ਨਿਰਵੈਰ ਨਾ ਹੋਇਆ। ਉਹਨੇ ਤੁਹਾਡੇ ਤੇ ਮਿਹਰ ਕਰਤੀ ਤੇ ਮੇਰੇ ਤੇ ਮਿਹਰ ਨਹੀਂ ਕੀਤੀ, ਫਿਰ ਤਾਂ ਰੱਬ ਨਿਰਵੈਰ ਨਾ ਹੋਇਆ, ਉਹ ਤਾਂ ਨਿਰਵੈਰ ਹੈ। ਸਤਿਗੁਰੂ ਤੇ ਸਾਰਿਆਂ ਦਾ ਭਲਾ ਮਨਾਉਂਦਾ ਹੈ, ਸਤਿਗੁਰੂ ਸਭਨਾਂ ਦਾ ਭਲਾ ਮਨਾਏਗਾ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਸਭ ਉੱਪਰ ਕਿਰਪਾ ਨਿਰੰਜਨ ਤੇਰੀ ਹੈ। ਸਤਿਗੁਰੂ ਹੈ ਪ੍ਰਭੂ, ਤੇਰੀ ਕਿਰਪਾ ਤੇ ਸਾਰਿਆਂ ਦੇ ਉੱਤੇ ਹੈ। ਰੱਬ ਨੇ ਤੇ ਸਾਰਿਆਂ ਨੂੰ ਧਰਤੀ ਦਿੱਤੀ ਹੈ, ਹਵਾ ਦਿੱਤੀ ਹੈ, ਚੰਦਰਮਾ ਦਿੱਤਾ ਹੈ, ਸੂਰਜ ਦਿੱਤਾ ਹੈ, ਬਹੁਤ ਕੁਛ ਇਸ ਦੁਨੀਆ ਦੇ ਵਿੱਚ ਬਿਲਕੁਲ ਬਰਾਬਰ ਦਿੱਤਾ ਹੈ। ਇੱਕੋ ਸਿਸਟਮ ਨਾਲ ਅਸੀਂ ਸਾਰੇ ਪੈਦਾ ਹੋਏ ਹਾਂ। 24 ਘੰਟੇ ਹੀ ਸਾਨੂੰ ਸਾਰਿਆਂ ਨੂੰ ਮਿਲਦੇ ਨੇ, ਸੂਰਜ ਚੰਦਰਮਾ ਸਾਰੇ ਬਰਾਬਰ, ਸਾਰਾ ਕੁਛ ਮਿਲਿਆ ਹੋਇਆ। ਤਾਂ ਗੱਲ ਤਾਂ ਸਾਡੀ ਆਪਣੀ ਸੋਚ ਦੀ ਹੈ ਨਾ। ਰੱਬ ਦੀ ਰਹਿਮਤ ਚਾਰ ਚੁਫੇਰੇ ਹਰ ਥਾਂ ਦੇ ਉੱਤੇ ਬਰਸ ਰਹੀ ਹੈ। ਸਾਡੇ ਅੰਦਰ ਰੱਬ ਦੀ ਰਹਿਮਤ ਦੀ ਝੜੀ ਲੱਗੀ ਹੋਈ ਹੈ, ਖਜ਼ਾਨੇ ਭਰੇ ਹੋਏ ਨੇ, ਅਸੀਂ ਉਹਨੂੰ ਯੂਜ਼ ਕਰਨਾ ਹੈ। ਜਿਵੇਂ ਮੈਂ ਰੋਜ਼ ਬੇਨਤੀ ਕਰਨਾ, ਸਾਡੇ ਅੰਦਰ ਸੱਚ, ਸਾਡੇ ਅੰਦਰ ਦਇਆ, ਪਿਆਰ, ਮੁਹੱਬਤ ਸਾਰੇ ਗੁਣ ਮੌਜੂਦ ਨੇ, ਤਾਂ ਉਹਨਾਂ ਨੂੰ ਅਸੀਂ ਯੂਜ਼ ਕਰਨਾ ਹੈ। ਰੱਬ ਦੀ ਰਹਿਮਤ ਮਿਲੇਗੀ। ਰੱਬ ਦੀ ਸ਼ਰਨ ਵਿੱਚ ਆਇਆ ਤਾਂ ਅਸੀਂ ਰੱਬ ਦੀ ਰਜ਼ਾ ਵਿੱਚ ਤੁਰੀਏ ਤਾਂ ਅਸੀਂ ਰਹਿਮਤ ਦੇ ਪਾਤਰ ਬਣ ਜਾਵਾਂਗੇ। ਅਗਲਾ ਬਚਨ ਗੁਰਦੇਵ ਕਰਦੇ ਨੇ ਕਿ ਅਸੀਂ ਕੀ ਕਰਨਾ ਹੈ? ਜਿਹੇ ਪ੍ਰਸਾਦ ਧਰ ਉੱਪਰ ਸੁਖ ਵਸੈ, ਕਿ ਜਿਹਦੀ ਰਹਿਮਤ ਦੇ ਨਾਲ ਤੂੰ ਇਸ ਧਰਤੀ ਦੇ ਉੱਤੇ ਬੜੇ ਸੁੱਖ ਦੇ ਅੰਦਰ ਵਸ ਰਿਹਾ ਹੈ। ਸੁੱਖ ਦੇ ਖੱਖੇ ਨਾਲ ਸਿਹਾਰੀ, ਸੁੱਖ ਵਿੱਚ ਯਾਨੀ ਸੁੱਖ ਨਾਲ, ਕਿ ਜਿਹਦੀ ਰਹਿਮਤ ਦੇ ਨਾਲ ਤੂੰ ਇਸ ਧਰਤੀ ਦੇ ਉੱਤੇ ਸੁੱਖਾਂ ਨਾਲ ਵਸ ਰਿਹਾ ਹੈ, ਖੁਸ਼ੀ ਦੇ ਨਾਲ ਰਹਿ ਰਿਹਾ। ਤੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਨੇ, ਪ੍ਰਸੰਨਤਾ ਹੈ। ਸੁਤ ਭਰਾਤ ਮੀਤ ਬੰਤਾ ਸਨ ਹੱਸੈ। ਸੁਤ ਭਰਾਤ, ਸੁਤ ਦਾ ਮਤਲਬ ਔਲਾਦ, ਧੀਆਂ ਪੁੱਤਰ, ਭਰਾ, ਮਿੱਤਰ, ਔਰਤ,
इन्हां दे नाल तू हसदा खेडदा है। तेरे कोल धीआं पुत्तर ने, भैन भरा ने, पति पत्नी हो, तुसीं परिवार है, अपने परिवार नाल, धीआं पुत्तरां नाल, भैणां भरावां दे नाल तू हसदा खेडदा है। नहीं तां इस दुनिया विच ते लोकां कोल रिश्ते ही नहीं हैगे। भैणां भरावां दे रिश्ते टुटे पए ने, पति पत्नी दे रिश्ते बिखरे पए ने। ते जे तू भैणां भरावां नाल, सज्जणां मित्रां दे नाल हसदा खेडदा है, तेरा बहुत चंगा बोल चाल जिस रब दी रहमत दे नाल है, उस रब नूं याद रख, ਉਹਦਾ ਸ਼ੁਕਰਾਨਾ ਕਰ। ਜੇ ਪ੍ਰਸਾਦ ਪੀਵੇਂ ਸ਼ੀਤਲ ਜਲਾ, ਕਿ ਜਿਸ ਮਾਲਕ ਦੀ ਰਹਿਮਤ ਦੇ ਨਾਲ ਜੇ ਪ੍ਰਸਾਦ ਧਰ ਉੱਪਰ ਸੁਖ ਵਸੈ, ਜਿਹਦੀ ਕਿਰਪਾ ਨਾਲ ਧਰਤੀ ਤੇ ਸੁਖ ਨਾਲ ਵਸਦਾ, ਸੁਖ ਪ੍ਰਾਤਮੀਤ ਬੰਤਾ ਸੰਗ ਹਸੈ, ਧੀਆਂ ਪੁੱਤਰਾਂ ਨਾਲ ਹੱਸਦਾ ਖੇਡਦਾ। ਜੇ ਪ੍ਰਸਾਦ ਪੀਵੇਂ ਸ਼ੀਤਲ ਜਲਾ, ਜਿਹਦੀ ਰਹਿਮਤ ਦੇ ਨਾਲ ਤੈਨੂੰ ਪੀਣ ਵਾਸਤੇ ਠੰਡਾ ਪਾਣੀ ਮਿਲਦਾ। तेरे घर मिट्टी के घड़े ने, उन्हां विच पानी ठंडा है, तेरे कोल फ्रिजां ने, ठंडा पानी पीण नूं नहाण नूं तैनूं मिल रहा। शुकराना कर ओहदा। हुण बंदा कई बार कहेगा यार पानी का की शुकराना करा, पानी ते वाचू। ऐसा नहीं भलिया, कदे रेगिस्तान में जाके देख, जिहड़े लोग 20-20 किलोमीटर तो पीण दा पानी लिया रहे ने, ते जे तूं बोतलां बोझे च पाई फिरदा पानी दी, शुकराने वाली गल ही है। तेनू पानी मिलिया हुआ है, जे पानी ना होए दुनिया ते कोई वनस्पति नहीं होगी, जीवन नहीं होगा। पानी पिता जगत का, सब तो पहला जीव पानी है। ते जे दुनिया दे उत्ते पानी ना होए तो जान भी नहीं ना होगी। तेनू पानी मिलिया है ठंडा, उस रब की रहमत, ओहदा शुकराना कर। सुखदाई पवन पावक अमुला, पावक का मतलब अग, पवन का मतलब हवा। जिस दी रहमत दे नाल तू सुख देन वाली अग, हवा आदिक नूं वरत रहा है, जो बहुत अमुल्यक ने, जो बहुत कीमती ने, ते तैनूं बिना कीमत तो मिलियां ने। सूरज की धुप तैनूं मिली है, अग तैनूं मिली है, हवा तैनूं मिली है, पानी तैनूं मिले। जे प्रसाद भोगै सब रसा, जिहदी रहमत दे नाल सारे तू रस माणदा है। ਕੰਨਾਂ ਨਾਲ ਤੂੰ ਸੁਣ ਰਿਹਾ ਹੈ, ਜ਼ਬਾਨ ਨਾਲ ਤੂੰ ਬੋਲ ਰਿਹਾ ਹੈ, ਭੋਜਨ ਪਦਾਰਥ ਤੇਰੇ ਕੋਲ ਨੇ, ਅੱਖਾਂ ਦੇ ਨਾਲ ਤੂੰ ਵੇਖ ਰਿਹਾ ਹੈ, ਸਾਰੇ ਰਸ ਮਾਣ ਰਿਹਾ ਹੈ, ਸਾਰੀਆਂ ਖੁਸ਼ੀਆਂ ਮਾਣ ਰਿਹਾ ਹੈ। ਸਗਲ ਸਮੱਗਰੀ ਸੰਗ ਸਾਥ ਬਸਾ, ਕਿ ਸਾਰੇ ਪਦਾਰਥਾਂ ਦੇ ਨਾਲ ਤੂੰ ਰਹਿਣਾ। ਭਾਵ ਕਿ ਸਾਰੇ ਪਦਾਰਥ ਤੈਨੂੰ ਵਰਤਣ ਲਈ ਮਿਲੇ ਹੋਏ ਨੇ। ਕਾਰਾਂ ਤੇਰੇ ਕੋਲ ਨੇ, बसां मोटरसाइकिल जहाज तेरे कोल ने, पानी के जहाज तेरे कोल ने, तेरे कोल बस्तर ने, तेरे कोल घर है, मकान है, कितना कुछ वरतन वास्ते सारे पदार्थ तेनों मिले हुए ने, जिस रब की रहमत के नाल। दीने हस्त पाम करन नेत रसना, तेनों हाथ मिले ने, पैर मिले ने, कान मिले ने, अखां मिलियां ने, रसना मिली है। जिस रब ने तेनू हाथ पैर कान अखां जीव आदिक दिते ने, उस रब नूं याद रख। अखां दे नाल ओहदे दीदारे कर, कन्नां नाल ओहदा यश सुन, जबान नाल उस रब दे गुण गा, हत्थां दे नाल उस रब दी ऐस कायनात की सेवा विच हाजिर हो, पैरां दे नाल सीधे राह ते तुर, मन करके रब्बी गुणां नूं गा जिन्हें तेनू ये सारियां दातां दित्तियां ने। तिसे त्याग अवर संरचना, गुरु भी कहने जिन्हें इनियां दातां दित्तियां होण, धीआं पुत्तर भैन भरा, जमीन जायदाद, शरीरक अंग और गर्भ अगन दे विच राखी कीती होवे, बचपन विच तैनूं पीण लई दुध, जवानी विच भोजन दी सुख सूझ दित्ती होवे, बिरध अवस्था दे अंदर उत्ते तेरे खड़े होण तेरे रिश्तेदार सज्जन मित्र, इन्ना कुछ जिन्हें तैनूं दित्ता होवे, जिहदी रहमत नाल इन्ना संसार तैनूं मिलिया होवे। तिसै त्याग अवर संरचना, ऐसे रब नूं छड्ड के बंदा होरां दे नाल मगन है, देवियां नाल, मड़ियां नाल, कबरां नाल, बाबियां नाल। जिस गुरु ने तेरे ते 4 पुत्र वार के, इस गुरु नूं छड्ड के बाबियां पिछे, जिस रब ने इन्नियां दातां दित्तियां ओनूं छड्ड के किसी मरे बंदे दी मड़ी दे उत्ते मत्थे टेकदा फिरना है। पाइया छोले चुक के नदी विच रोड़न जा रहे हैं, नाले छोले गवा रहे हैं, नाले नदी विच गंदगी पा रहे हैं।
ਉਸ ਰੱਬ ਨੂੰ ਛੱਡ ਕੇ ਹੋਰਨਾਂ ਦੇ ਨਾਲ ਰਚੇ ਰਹਿਣਾ, ਗੁਣਾਂ ਨੂੰ ਛੱਡ ਕੇ ਔਗਣਾਂ ਨਾਲ ਰਚੇ ਰਹਿਣਾ, ਰੱਬ ਦੀ ਹੋਂਦ ਨੂੰ, ਰੱਬ ਦੇ ਹੁਕਮ ਨੂੰ ਛੱਡ ਕੇ ਜੋਤਸ਼ੀਆਂ ਬਾਬਿਆਂ ਦੇ ਚੱਕਰਾਂ ਵਿੱਚ ਪੈ ਰਹਿਣਾ, ਇਹ ਕਿੱਥੋਂ ਦੀ ਸਿਆਣਪ? ਤਿਸੈ ਤਿਆਗ ਅਵਰ ਸੰਗ ਰਚਨਾ। ਗੁਰੂ ਜੀ ਕਹਿੰਦੇ ਨੇ ਐਸੇ ਦੋਖ ਮੂੜ ਅੰਧ ਵਿਆਪੇ, ਦੋਖ ਦੋਸ਼, ਮੂੜ ਅੰਧ ਦਾ ਮਤਲਬ ਅੰਨੇ ਮੂਰਖ ਨੂੰ, ਇਹੋ ਜਿਹੇ ਦੋਸ਼ ਵਿਆਪਦੇ ਰਹਿੰਦੇ ਨੇ। ਮੂਰਖ ਅੰਨੇ ਜੀਵ ਜਿਹੜੇ ਭਲਾਈ ਵਿਸਾਰਨ ਵਾਲੇ ਨੇ, ਸੱਚ ਨੂੰ ਵਿਸਾਰਨ ਵਾਲੇ ਨੇ, ਇਹੋ ਜਿਹੇ ਔਗਣਾਂ ਦੇ ਅੰਦਰ ਫਸੇ ਰਹਿੰਦੇ। ਜਿਸ ਮਾਲਕ ਨੇ ਇੰਨੀਆਂ ਦਾਤਾਂ ਦਿੱਤੀਆਂ, ਇੰਨੀਆਂ ਰਹਿਮਤਾਂ ਕੀਤੀਆਂ, ਉਹਨੂੰ ਛੱਡ ਕੇ, ਸ਼ੁਕਰਾਨੇ ਨੂੰ ਛੱਡ ਕੇ, ਉਹਦੇ ਗੁਣਾਂ ਨੂੰ ਛੱਡ ਕੇ ਈਰਖਾ, ਨਿੰਦਿਆ, ਚੁਗਲੀ ਦੇ ਵਿੱਚ, ਵਿਕਾਰਾਂ ਦੇ ਵਿੱਚ ਜ਼ਿੰਦਗੀ ਬਰਬਾਦ ਕਰਨੀ ਕੋਈ ਸਿਆਣਾ? ਜਿਸ ਦਾਤੇ ਨੇ ਇੰਨੀਆਂ ਦਾਤਾਂ ਦਿੱਤੀਆਂ ਤੇ ਜੇ ਸਿਰ ਪੀੜ ਹੋ ਜਾਏ ਤੇ ਉਸ ਰੱਬ ਨੂੰ ਛੱਡ ਕੇ 5 ਪੈਸਿਆਂ ਦੀ ਪੈਰਾਸੀਟਾਮੋਲ ਦੀ ਗੋਲੀ ਨਹੀਂ ਲੈਣੀ ਤੇ 51 ਪਾਉਂਡ ਦੇ ਕੇ ਬਾਬੇ ਤੋਂ ਜਲਦੀ ਬੋਤਲ ਲੈ ਆਉਣੀ। ਗੁਰੂ ਨੂੰ ਛੱਡ ਕੇ ਬਾਬਿਆਂ ਨੂੰ ਮੱਥਾ ਟੇਕਣਾ, ਸ਼ਨੀਵਾਰ ਮੰਗਲਵਾਰ ਦੇ ਚੱਕਰਾਂ 'ਚ ਪੈ ਰਹਿਣਾ, ਮੜੀਆਂ ਮਸਾਣਾਂ ਨੂੰ ਪੂਜਦੇ ਫਿਰਨਾ, ਵਰਤ ਨਰਾਤੇ ਸਰਾਧਾਂ ਦੇ ਚੱਕਰ ਵਿੱਚ ਪੈ ਫਿਰਨਾ, ਤੀਰਥਾਂ ਤੇ ਭਟਕਦੇ ਰਹਿਣਾ, ਨੰਗੇ ਪੈਰੀ ਫਿਰਦੇ ਰਹਿਣਾ, ਕੋਈ ਸਿਆਣਾ? ਐਸੇ ਜਿਹੜੇ ਕਮਲੇ ਲੋਕ ਨੇ, ਅਣਜਾਣ ਨੇ, ਬੇਸਮਝ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਐਸੇ ਦੋਸ਼ ਉਹਨਾਂ ਨੂੰ ਆ ਘੇਰਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਹੁਣ ਸਾਨੂੰ ਅਰਜ਼ ਕਰਨੀ ਸਿਖਾਉਂਦੇ ਨੇ, ਨਾਨਕ ਕਾਢ ਲਿਹੋ ਪ੍ਰਵਾਪੇ, ਹੇ ਪ੍ਰਭੂ ਤੂੰ ਆਪ ਹੀ ਕੱਢ ਲੈ ਇਹਨਾਂ ਜੀਵਾਂ ਨੂੰ, ਮੈਨੂੰ ਆਪ ਹੀ ਕੱਢ। ਤੇ ਉਹ ਆਪ ਕਿੱਥੇ? ਉਹ ਆਪ ਕੱਢਣ ਵਾਲਾ ਕਿੱਥੇ? ਤੁਹਾਡੇ ਅੰਦਰ ਹੈ, ਉਹ ਮੇਰੇ ਅੰਦਰ ਹੈ, ਉਹ ਜਗਤ ਦੇ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ। ਤਾਂ ਉਸ ਮਾਲਕ ਦੇ ਨਾਲ ਜੁੜਨਾ ਹੈ। ਗੁਰਦੇਵ ਪਾਤਸ਼ਾਹ ਨੇ ਕਿੰਨੇ ਪਿਆਰ ਦੇ ਨਾਲ ਸਾਨੂੰ ਇਸ ਅਸ਼ਟਪਦੀ ਦੇ ਅੰਦਰ ਸਮਝਾਇਆ ਹੈ ਕਿ ਹੇ ਬੰਦਿਆ, ਉਸ ਮਾਲਕ ਨੂੰ ਯਾਦ ਰੱਖ ਜਿਹੜਾ ਪ੍ਰਭੂ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਉਹ ਤੇਰੇ ਨਾਲ ਨਿਭੇਗਾ। ਉਹਦੇ ਗੁਣਾਂ ਨੂੰ ਚੇਤੇ ਰੱਖ, ਜਿਨੇ ਤੈਨੂੰ ਕਿਹੜੇ ਮੂਲ ਤੋਂ ਕੀ ਬਣਾ ਦਿੱਤਾ ਹੈ, ਜਿਨੇ ਤੈਨੂੰ ਸਾਜਿਆ, ਸੰਵਾਰਿਆ, ਸ਼ਿੰਗਾਰਿਆ, ਬੜਾ ਸੁੰਦਰ ਤੈਨੂੰ ਸਰੀਰ ਦਿੱਤਾ, ਮਾਂ ਦੇ ਗਰਭ ਵਿੱਚ ਤੇਰੀ ਰੱਖਿਆ ਕੀਤੀ, ਬਚਪਨ ਵਿੱਚ ਤੇਰੇ ਵਾਸਤੇ ਦੁੱਧ ਦਾ ਇੰਤਜ਼ਾਮ ਕੀਤਾ, ਜਵਾਨੀ ਦੇ ਅੰਦਰ ਤੈਨੂੰ ਬਹੁਤ ਸਾਰੀ ਸੂਝ ਔਰ ਸਮਝ ਬਖਸ਼ਿਸ਼ ਕੀਤੀ, ਖਾਣ ਪਾਨ ਦੀ ਸਮਝ ਆਈ, ਤੂੰ ਬਿਰਧ ਹੋ ਗਿਆ ਤੇ ਤੇਰੇ ਉੱਤੇ ਸੱਜਣ ਮਿੱਤਰ ਸਾਧ ਸੈਨ ਸਾਖ ਖੜੇ ਨੇ ਤੈਨੂੰ ਸੰਭਾਲਣ ਵਾਲੇ, ਤੇਰੇ ਮੂੰਹ ਦੇ ਅੰਦਰ ਆਣ ਕੇ ਵਸਤੂਆਂ ਪਾਉਂਦੇ ਨੇ, ਬੈਠੇ ਨੂੰ ਤੈਨੂੰ ਭੋਜਨ ਆਦਿਕ ਦਿੰਦੇ ਨੇ। ਪਰ ਇਹ ਗੁਣਾਂ ਤੋਂ ਸਿੱਖਣੇ ਮਨੁੱਖ, ਤੂੰ ਕਦੇ ਵੀ ਇਹਨਾਂ ਪਰਉਪਕਾਰਾਂ ਬਾਰੇ ਸੋਚਿਆ ਨਹੀਂ। ਇਹਨਾਂ ਨੂੰ ਸੋਚ, ਰੱਬ ਨੂੰ ਯਾਦ ਰੱਖ, ਸ਼ੁਕਰਾਨਾ ਕਰ, ਰੱਬ ਦੀ ਰਹਿਮਤ ਦਾ ਪਾਤਰ ਬਣ। ਗੁਰੂ ਜੀ ਨੇ ਫਿਰ ਸਮਝਾਇਆ ਹੈ ਦੁਬਾਰਾ, ਫਿਰ ਕਹਿੰਦੇ ਨੇ ਕਿ ਜਿਹਦੀ ਰਹਿਮਤ ਨਾਲ ਧਰਤੀ ਤੇ ਤੂੰ ਸੁੱਖ ਦੇ ਨਾਲ ਵਸਣਾ, ਤੈਨੂੰ ਧੀਆਂ ਪੁੱਤਰ ਭੈਣ ਭਰਾ ਮਿਲੇ ਨੇ, ਇਹਨਾਂ ਦੇ ਨਾਲ ਤੂੰ ਹੱਸਦਾ ਖੇਡਦਾ ਮੌਜਾਂ ਮਾਣਦਾ ਹੈ, ਤੈਨੂੰ ਸ਼ੁੱਧ ਸ਼ੀਤਲ ਠੰਡਾ ਜਲ ਮਿਲਿਆ ਹੈ, ਹਵਾ ਅੱਗ ਆਦਿਕ ਅਮੁੱਲਕ ਦਾਤਾਂ ਤੈਨੂੰ ਮਿਲੀਆਂ ਨੇ, ਜਿਹਦੀ ਰਹਿਮਤ ਦੇ ਨਾਲ ਬੜੇ ਸਾਰੇ ਤੂੰ ਰਸ ਆਨੰਦ ਮਾਣਦਾ ਹੈ, ਬਹੁਤ ਸਾਰੇ ਪਦਾਰਥ ਤੈਨੂੰ ਮਿਲੇ ਨੇ, ਉਹਨਾਂ ਦੀ ਤੂੰ ਖੁਸ਼ੀ ਮਾਣ ਰਿਹਾ ਹੈ, ਜਿਨੇ ਤੈਨੂੰ ਹੱਥ ਦਿੱਤੇ ਨੇ, ਪੈਰ ਦਿੱਤੇ ਨੇ, ਜ਼ਮੀਨ ਜਾਇਦਾਦ ਦਿੱਤੀ ਹੈ, ਨੇਤਰ ਦਿੱਤੇ ਨੇ, ਐਸੇ ਰੱਬ ਨੂੰ ਛੱਡ ਕੇ, ਉਹਦੇ ਗੁਣਾਂ ਨੂੰ ਛੱਡ ਕੇ ਤੇ ਮੜੀਆਂ ਕਬਰਾਂ ਤੇ ਹੋਰਨਾਂ ਰਚਨਾਵਾਂ ਦੇ ਅੰਦਰ ਰਚੇ ਰਹਿਣਾ ਕੋਈ ਸਿਆਣਪ ਨਹੀਂ। ਗੁਰੂ ਜੀ ਕਹਿੰਦੇ ਨੇ ਐਸੇ ਜਿਹੜੇ ਅਣਜਾਣ ਨੇ, ਬੇਸਮਝ ਨੇ, ਅਗਿਆਨਤਾ ਦੇ ਵਿੱਚ ਫਸੇ ਹੋਏ ਨੇ, ਉਹਨਾਂ ਮਨੁੱਖਾਂ ਨੂੰ ਦੋਸ਼ ਆਣ ਕੇ ਘੇਰ ਲੈਂਦੇ ਨੇ, ਔਗਣ ਆਣ ਕੇ ਘੇਰ ਲੈਂਦੇ ਨੇ, ਜਿਸ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਦੁੱਖ ਪੈਦਾ ਹੋ ਜਾਂਦੇ ਨੇ। ਇਸ ਲਈ ਰੱਬ ਦੇ ਸ਼ੁਕਰਾਨੇ ਵਿੱਚ ਜੀਵੋ, ਰੱਬ ਦੀ ਰਜ਼ਾ ਦੇ ਵਿੱਚ ਜੀਵੋ, ਰੱਬੀ ਗੁਣਾਂ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਓ, ਮਨ ਬਚਨ ਔਰ ਕਰਮ ਕਰਕੇ ਗੁਣਾਂ ਦੇ ਧਾਰਨੀ ਹੋਵੋ। ਇਹ ਜੀਵਨ ਸੁਖੀ ਹੋ ਜਾਏਗਾ, ਇਹ ਜੀਵਨ ਸ਼ਾਂਤ ਹੋ ਜਾਏਗਾ ਔਰ ਇਸ ਜੀਵਨ ਦੇ ਅੰਦਰ ਪ੍ਰਭੂ ਦੇ ਅੰਦਰ ਸਮਾ ਕੇ ਤੁਸੀਂ ਉਸ ਮਾਲਕ ਪਿਆਰੇ ਪ੍ਰੀਤਮ ਦਾ ਰੂਪ ਹੋ ਜਾਓਗੇ।